ਕਰਨੀਆਂ ਕੋ ਆਪਣੀ ਕੀ ਨਿੜੇ ਜਿਨੀ ਨਾਮ ਤੇ ਆਇਆ ਦੇਣ ਸਤਾਲ ਨਾਨਕ ਤੇ ਮੁਖ ਉਜਲੇ ਜਿਤੀ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਜੂਨੀ ਸੈਭੰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੀ ਕਿਹਾ ਹਉ ਕਰੀ ਵਖਿਆਨ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਣ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਮੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ
ਤਿਨ ਸਾਧੂ ਚਰਨ ਨ ਸੇਵੇ ਕਬੂ, ਤਿਨ ਸਭ ਜਨਮ ਅਕਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਤਾ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਾਥਾ। ਹਮ ਅੰਧਲੇ ਗਿਆਨਹੀਣ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਉਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਹਮ ਅੰਧਲੇ ਗਿਆਨਹੀਣ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚੌਰ ਸ਼ਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੋਗਾ ਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਔਰ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰੇ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰੇ ਮੱਥਾ, ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਅੰਗ ਨੰਬਰ 696 ਦੇ ਉੱਤੇ ਸਬਾਇਮਾਨ ਨੇ। ਜੈਤ ਸ੍ਰੀ ਰਾਗ ਦਾ ਨਾਮ ਹੈ। ਇੱਥੋਂ ਜੈਤ ਸ੍ਰੀ ਰਾਗ ਦੀ ਪ੍ਰਾਰੰਭਤਾ ਹੈ ਔਰ ਘਰ ਪਹਿਲੇ ਦੇ ਵਿੱਚ ਪਾਵਨ ਸ਼ਬਦ ਗਾਇਨ ਕੀਤੇ ਗਏ ਨੇ ਚੌਪਦੇ, ਕਿ ਇਹ ਜਿਹੜੇ ਸ਼ਬਦ ਨੇ ਜੈਤ ਸ੍ਰੀ ਰਾਗ ਪ੍ਰਾਰੰਭ ਹੁੰਦਿਆਂ ਇਹ ਸਾਰੇ ਸ਼ਬਦ ਚਾਰ ਪਦਿਆਂ ਵਾਲੇ ਨੇ। ਰਾਗ ਦੇ ਸ਼ਬਦਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਰਨ ਕੀਤਾ ਗਿਆ। ਇੱਕ ਓੰਕਾਰ, ਔਰ ਇਹ ਜੋ ਪਾਵਨ ਸ਼ਬਦ ਹੈ ਇੱਕ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਇੱਕ ਹਿੰਦਸਿਆਂ ਵਾਲਾ ਲਿਆ ਹੈ। ਤੇ ਜਿੱਥੇ ਇੱਕ ਆ ਜੇ ਇਹਦਾ ਮਤਲਬ ਉੱਥੇ ਦੂਜਾ ਕੋਈ ਨਹੀਂ, ਉੱਥੇ ਦੁਵੈਤ ਜਿਹੜੀ ਖਤਮ ਹੈ। ਔਰ ਸ਼ਾਇਦ ਇਹੀ ਕਾਰਨ ਸੀ ਇੱਕ
ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਾਂ ਵਿੱਚ ਵੀ ਲਿਖਿਆ ਹੋਇਆ ਹੁੰਦਾ ਹੈ ਕਿ ਕਿਤੇ ਕੱਕੇ ਨੂੰ ਸਿਆਰੀ ਹੈ, ਕਿਤੇ ਕੰਕੇ ਨੂੰ ਔਂਕੜ ਹੈ। ਔਰ ਉਹ ਅਰਥ ਕਰਨ ਵਾਲੇ ਨੇ ਫਿਰ ਆਪੋ ਆਪਣੇ ਹਿਸਾਬ ਨਾਲ ਸ਼ਾਇਦ ਅਰਥ ਕਰਨੇ ਸਨ ਕਿ ਜੇ ਕੰਕੇ ਨੂੰ ਔਂਕੜ ਲੱਗਾ ਤੇ ਬਹੁਵਚਨ ਹੈ, ਇੱਕ ਵਚਨ ਹੈ, ਜੇ ਸਿਆਰੀ ਲੱਗੀ ਹੈ ਤੇ ਬਹੁਵਚਨ ਹੈ। ਪਰ ਇੱਥੇ ਗਿਣਤੀ ਵਾਲਾ ਇੱਕ ਦਾ ਮਤਲਬ ਇਹ ਹੈ ਕਿ ਕੇਵਲ ਇੱਕ, ਜਿੱਥੇ ਦੂਜਾ ਕੋਈ ਨਹੀਂ। ਉਹ ਓਂਕਾਰ ਸਰਬ ਵਿਆਪੀ ਹੈ। तो ऐसा परिपूर्ण परमात्मा जिहड़ा द्वैत तो रहत है, सर्व व्यापी है, सतगुर प्रसाद गुरु की कृपा नाल मिलता है। मेरा हियरै रतन नाम हर बसिया, गुर हाथ धरियो मेरे माथा। सतगुरु जी कृपा करते हैं, अपने मन को संबोधित करते हैं और सानू समझाते हुए हैं। धन गुरु रामदास जी कहते हैं मेरे हिरदे दे विच जिहड़ा रत्ना नालों भी कीमती अकाल पुरख वाहिगुरू का नाम है वो वस गया। पर कदों वसिया? गुर दे रारे नूं सियारी है, जिंदा अर्थ गुरु ने। हाथ धरियो मेरे माथा, जदों गुरु ने मेरे मत्थे ते हाथ रखिया। हुण जदों गुरु की कृपा मेरे ते हो गई, गुरु की कृपा नूं मैं लै लिया। रत्ना नालों कीमती नाम जिहड़ा हिरदे विच वस गया। ते जदों नाम हिरदे विच वस जे फिर इस नाम की बरकत की है। धन गुरु रामदास जी कहते हैं सच जानो जिन्हों के हिरदे विच वसिया है। जन्म जन्म के किल बिख दुख उतरे, गुर नाम दियो ऋण लाथा। उन्हां दे जन्मां जन्मांतरां ते किल बिख का अर्थ पाप, ते कल्ले पाप नहीं कहते, दुख भी उतर गए। किल बिख का अर्थ कालक भी है। हुण ये जिहड़ी कालक है, पाप है, गुरु रामदास सच्चे पातशाह जी कृपा करते हैं, जन्मां जन्मां की जिहड़ी लगी हुई सी ये उतर गई। वैसे अंदर दे समैल लाउण दे वास्ते दुनिया के लोगों ने भावें यतन बथेरे कीते, आपो अपने ढंग दे नाल जिवें किसी ने दस्सिया उस तरीके दे नाल अंदर दे मैल नूं लाउण दा यतन कीता। पर धन गुरु नानक देव सच्चे पातशाह जी का पावन वचन जपजी साहिब दे विच आपां पढ़दे हां ते जिंदे विच गुरु साहिब जी कहंदे ने भाई देखो ये जिहड़ी मैल है ना, ये जे ते मिट्टी कट्टा लग जाए शरीर नूं, हथ पैर धो के इस मिट्टी कट्टे नूं धोता जा सकता है। ये जे किते मैल लग जाए कपड़े तो फिर कल्ले पानी नाल नहीं गल बनती, नाल साबण भी लाना पएगा। पर यह तो गुरु साहब जी कहते चलो साबण ला के पानी के नाल कपड़ा भी साफ हो जाएगा, धोता जाएगा। पर यह जिहड़ी अंदर नूं मैल लगी है ना, मन नूं मैल लगी है, और इत्थे तो गुरु साहब जी ने कृपा की जन्मां जन्मां की अज दी इनू धोण का ढंग तो तरीका केवल इको है, वो है परमेश्वर का नाम। और ये मैल भी गुरु साहब जी कहते हैं कोई अज दे थोड़ी, कदों की लगी है। सतगुरु जी ने बाणी दे विच पावन वचन कहे, जन्म जन्म के इस मन को मन लागे, काला हुआ स्याह। पता नहीं किन्ने कुछ जन्मां दी लगी है और काला शाही हो गया। फिर इस मन को धो के ये साफ हो सकता है। पहली गल धोवेगा क्यों, तो जे धोवेगा तो साफ हो जाएगा। सतगुरु जी कहते हैं मन तो इन्ना कालक हो गया, इन्ना काला हो गया है कि जे अपने यतन करेगा बिल्कुल नहीं होना। तो इवें तो हो गया कि जिमें तेली का
कोलू साफ करने वाला एक कपड़ा है, धोती है, और आप जो जानते हो वो अपने में उस कोलू ਨੂੰ साफ तो करता है, पर उस तेल ਨੂੰ ਕੀਤਾ ਹੋਇਆ साफ ਜਿਹੜੇ कपड़े ਨਾਲ ਕੀਤਾ ਉਹਨੂੰ ਭਾਵੇਂ ਫਿਰ 100 ਵਾਰੀ जिन्ने मर्जी कैमिकल पा के धो लवे, जिन्ने मर्जी सर्फ साबण जो मर्जी ला लो, पर वो धोती कदे चिट्टी नहीं हो सकती, उवें दी कदे निकल ही नहीं सकती। अपने जतनां नाल सतगुरु जी कहते हैं ये मन कदे नहीं धोता जा सकता। उत्थे सतगुरु जी का पावन वचन है, जन्म जन्म के इस मन को मल लागे, काला हुआ स्याहो खनले धोते उजले ना होवे। खनले धोते कहते हैं कोलू का कपड़ा, खनले धोते उजले ना होवे, जे 100 धोवण पाओ। फिर सतगुरु जी जो कपड़ा साफ नहीं होता, वो एक कपड़ा है तो मन जिन्हों इन्ने को जन्मां की मैल लगी साफ हो जाएगा। धन गुरु नानक साहब जी कहते जरूर होएगा, पर ढंग तरीका केवल ही कोई है, वो है नाम, परमेश्वर का नाम बंदगी, जिन्हों गुरु साहब जी कहते हैं भरिया हथ पैर तन देह। हुण सतगुरु जी कहते हैं ये जो सारा कुछ जो भरिया जाए हाथ पैर तन दे, पानी धोता उतर सके पानी नाल धो के साफ हो जाएंगे, पर मूत पले ते कपड़ होए, दे साबून लइए वो धोए, भरिया मत पापां कै संग। ते पाप भी केवल एक जन्म के नहीं, इतने गुरु साहब जी कहते जन्मां जन्मां के लगे। इन्ना काला मन इन्ने जन्मां की मैल उतर जाएगी, तो धन गुरु नानक साहब जी कहते जरूर उतरे। भरिया मत पापां कै संग, ओह धोपै नावै कै रंग। तरीका केवल इको है नाम। भावें लोगों ने अंदर दी इस मैल को धोने के तरीके आपो अपने ढंग नाल बड़े वरते। कोई समाधियां ला के बैठा, कोई तीर्थां ते जाके तीर्थ इशनानी बनया, तीर्थां ते जाके ये मन के विचार तो भावें यही होगी कि शायद उत्थे जाके मैल लह जाती है। सतगुरु का एक पावन वचन है कि उत्थे जाके तीर्थां ते जाके मैल लवे जा ना लवे, ये तो गल वखरी है, पर एक गल पक्की कि तीर्थां ते जाके होर चढ़ेगी जरूर, वो एक मैल होर चढ़ेगी जरूर कि जी मैं वाली होमे वाली मैल है कि मेरे वर्गा तीर्थ इशनानी कहना, मैं तीर्थ ते गया मेरे ते पाप ही धोते गए। और गुरु साहब जी उत्ते कहते हैं एक पा लथे नहातिया, वो पता नहीं नहा के लैना कि नहीं लैना, पर कहते दोए पा चढ़ी इस होर, दूजा पा दूजा वकार होर चढ़ जरूर जाएगा होमे वाला। जिन्हों गुरु साहब जी कहते हैं कि देख तीर्थ ते जाके नहा के मैल उतरेगी जरूर, पर धन गुरु नानक साहब जी कहते हैं मैं आप जाना, सिखो तुसी भी जाया करो, पर तीर्थ है किहड़ा। धन गुरु नानक साहब जी आप किहड़े तीर्थ ते जांदे ने, सिखां नूं किहड़े तीर्थ ते जाण लई कहंदे ने। धन गुरु नानक साहब जी दा पावन वचन है ना, तीरथ नामण जाओ बिंदी ला के जाओ। धन गुरु नानक साहब जी कहते मैं भी जाना चलिया, भाई तुसी भी आ गए, पर सतगुरु जी केड़े तीर्थ थे। तीर्थ नामण जाओ, तीर्थ नाम है, ये तीर्थ गुरु का परमेश्वर का नाम ही तीर्थ है, तो सतगुरु जी होर तीर्थ केड़ा है। धन गुरु नानक देव सच्चे पातशाह कहते हैं तीर्थ शब्द विचार, ये शब्द विचार कर रहे हैं, शब्द विचार सुन रहे हैं, ये गुरु के सिखों तीर्थ इशनान ही कर रहे हैं, यही तीर्थ है। और इस तीर्थ तो बिना होर कोई ठिकाना नहीं कि अंदर की मैल जी धोती जाए।
ਤੀਰਥ ਸ਼ਬਦ ਵਿਚਾਰ। ਤੇ ਸ਼ਬਦ ਵਿਚਾਰ ਦੇ ਨਾਲ ਇਸ਼ਨਾਨ ਕਿਵੇਂ ਹੁੰਦਾ? ਕਹਿੰਦੇ ਅੰਤਰ ਗਿਆਨ ਹੈ। ਇਹ ਬਸ ਅੰਦਰ ਗਿਆਨ ਆ ਜਾਣਾ ਹੀ ਇਹ ਇਸ਼ਨਾਨ ਹੈ। ਤੇ ਜੇ ਗਿਆਨ ਆਇਆ ਹੀ ਨਹੀਂ, 70 ਸਾਲ ਵੀ ਹੋ ਗਏ, ਪੜ੍ਹਦੇ ਅਸੀਂ ਜ਼ਰੂਰ ਰਹੇ ਕਿ ਤੁਰ ਕੇ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਈ। ਪਰ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਸੁਣਨ ਵਾਲੇ ਗੁਰਸਿੱਖੋ, ਆਪਣੇ ਅੰਦਰ ਕਦੇ ਝਾਤ ਮਾਰ ਕੇ ਤੇ ਵਿਚਾਰ ਕੇ ਦੇਖੇ ਕਿ ਸਾਡੀ ਚਿੰਤਾ ਮਿਟ ਗਈ। ਸੰਸਾਰ ਸਾਰਾ ਫਿਰ ਵੀ ਚਿੰਤਤ ਹੈ। ਕਿਉਂ? ਕਿਉਂਕਿ ਬਾਣੀ ਕੇਵਲ ਪੜ੍ਹੀ ਹੈ, ਇਹ ਤੁਰ ਕੇ ਬਾਣੀ ਸਾਡੇ ਅੰਦਰ ਆਈ ਨਹੀਂ। ਇਹਨੂੰ ਤੁਰ ਅੰਦਰ ਤੱਕ ਤੇ ਲੈ ਕੇ ਗਈ। ਹੁਣ ਦੇਖੋ ਕਿਸੇ ਨੂੰ ਪਿਆਸ ਲੱਗੀ ਹੋਵੇ ਔਰ ਬਹੁਤ ਜ਼ਿਆਦਾ ਵੀ ਲੱਗੀ ਹੋਵੇ, ਮੂੰਹ 'ਚ ਪਾਣੀ ਪਾ ਵੀ ਲਵੇ, ਪਾ ਕੇ ਕੁਰਲੀ ਕਰਕੇ ਬਾਹਰ ਕੱਢ ਦੇ, ਉਹਦੀ ਪਿਆਸ ਕਿਤੇ ਬੁੱਝ ਜਾਏਗੀ। ਔਰ ਖਿਮਾ ਕਰਨਾ ਭਾਵੇਂ ਸ਼ਬਦ ਵਰਤਣ ਦੀ ਯੋਗ ਤੇ ਨਹੀਂ, ਪਰ ਸਾਡੇ ਹਾਲਤ ਇਹ ਹੁੰਦੀ ਹੈ ਕਿ ਗੁਰੂ ਗੁਰੂ ਜਪੀ ਜਾਣਾ, ਬਾਣੀ ਨੂੰ ਪੜ੍ਹੀ ਜਾਣਾ, ਉਹਨੂੰ ਅੰਦਰ ਨਾ ਲੈ ਕੇ ਜਾਣਾ, ਮੇਰੇ ਕੀ ਕੁਰਲੀਆਂ ਕਰਨ ਦੇ ਬਰਾਬਰ ਹੈ। ਤੁਰ ਕੇ ਬਾਣੀ ਸਾਡੇ ਅੰਦਰ ਤੇ ਆਈ। ਹੁਣ ਸਤਿਗੁਰ ਜੀ ਕਿਰਪਾ ਕਰਦੇ ਨੇ, ਗੁਰੂ ਨੇ ਹੱਥ ਧਰਿਆ ਮੱਥੇ ਤੇ, ਇਹ ਬਾਣੀ ਅੰਦਰ ਆ ਗਈ, ਇਹ ਨਾਮ ਅੰਦਰ ਟਿਕ ਗਿਆ। ਜਨਮਾਂ ਜਨਮਾਂ ਦੇ ਜਿਹੜੇ ਅੰਦਰ ਦੇ ਕਿਲ ਵਿਖ ਨੇ, ਦੁੱਖ ਨੇ, ਪਾਪ ਨੇ, ਉਹ ਕੱਟੇ ਗਏ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਔਰ ਨਾਲ ਹੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਮਝਾਇਆ ਕਿ ਜਿਹੜੇ ਤੀਰਥਾਂ 'ਤੇ ਜਾ ਕੇ ਸਮਝ ਬੈਠਦੇ ਨੇ, ਬਹੁਤੇ ਸਮਝਦੇ ਨੇ, ਉਦੋਂ ਵੀ ਸਮਝਦੇ ਸਨ, ਅੱਜ ਵੀ, ਕਿ ਤੀਰਥਾਂ 'ਤੇ ਜਾ ਕੇ ਸਾਡੇ ਪਾਪ ਕੱਟੇ ਗਏ। ਔਰ ਉੱਥੇ ਅੱਗੇ ਬੈਠੇ ਹੋਏ ਵੀ ਕਹਿੰਦੇ ਕਿ ਇਹਨੇ ਸੱਚਮੁੱਚ ਵੀ ਪਿੱਛੇ ਲਕੀਰ ਮਾਰ ਦਿੱਤੀ, ਕੱਟੇ ਗਏ। ਅੱਗੋਂ ਫਿਰ ਵੇਖੀ ਜਾਏ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਐਵੇਂ ਦੇ ਲੋਕ ਫਿਰ ਸਗੋਂ ਬੇਫਿਕਰ ਹੋ ਕੇ ਹੋਰ ਕਰਦੇ ਨੇ। ਪਰ ਬਾਬਾ ਕਬੀਰ ਜੀ ਨੇ ਸਮਝਾਇਆ, ਦੇਖ ਜੇ ਤੀਰਥਾਂ 'ਤੇ, ਜਿਹਨੂੰ ਤੀਰਥ ਤੂੰ ਸਮਝਣਾ ਹੈ, ਕਿ ਕਿਸੇ ਖਾਸ ਥਾਂ 'ਤੇ ਜਾ ਕੇ, ਕਿਸੇ ਸਰੋਵਰ ਵਿੱਚ, ਕਿਸੇ ਨਦੀ ਵਿੱਚ ਡੁੱਬੀ ਮਾਰ ਕੇ ਅੰਦਰ ਦੀ ਮੈਲ ਉਤਰਦੀ ਹੈ। ਕਿਸੇ ਇਸ਼ਨਾਨ ਤੀਰਥ 'ਤੇ ਕਰਕੇ ਮੁਕਤੀ ਮਿਲਦੀ ਹੈ। ਤੇ ਬਾਬਾ ਕਬੀਰ ਜੀ ਉਸ ਗੰਗਾ ਦੇ ਕਿਨਾਰੇ ਦੇ ਬੈਠੇ ਹੋਏ ਵਿੱਚੋਂ ਡੱਡੂ ਫੜ ਕੇ ਪੰਡਤ ਦੇ ਹੱਥ 'ਤੇ ਰੱਖਦੇ ਨੇ ਕਿ ਪੰਡਤ ਜੀ ਆ ਫੜੋ ਡੱਡੂ, ਇਹਨੂੰ ਮੁਕਤ ਕਰੋ, ਇਹ ਤੇ ਮੁਕਤ ਹੋਇਆ ਨਹੀਂ, ਗੰਗਾ ਦੇ ਵਿੱਚ ਹੀ ਰਹਿੰਦਾ ਹੈ। ਉੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਜੇ ਇਹ ਮੁਕਤ ਨਹੀਂ ਹੋਇਆ ਤੇ ਕਦੇ ਵਿਚਾਰ ਕਰਕੇ ਦੇਖ, ਤੂੰ ਇੱਥੇ ਹਰ ਸਾਲ ਆਉਣਾ ਹੈ ਤੇ ਕੇਵਲ ਟੂਬੀਆਂ ਨਾਲ ਹੀ ਮੁਕਤ ਹੋ ਜਾਏਗਾ। ਉਹ ਪਾਵਨ ਬਚਨ ਕਹੇ ਨੇ ਬਾਬਾ ਕਬੀਰ ਜੀ ਨੇ, ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਮੇਂਢਕ ਡੱਡੂ ਇਹਦੇ ਰਹਿੰਦੇ ਪਾਣੀ 'ਚ ਨਿੱਤ ਹੀ ਨਹਾਉਂਦੇ ਨੇ, ਪਰ ਇਹ ਤਾਂ ਮੁਕਤ ਹੋਏ ਨਹੀਂ। ਤਾਂ ਖਾਨਦਾਨ ਤੇ ਬੜੇ ਪੁਰਾਣੇ ਸਮੇਂ ਤੋਂ ਮੁਕਤ ਹੋ ਜਾਣਾ ਚਾਹੀਦਾ ਸੀ। ਚੱਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਫਿਰ ਜੂਨੀ ਆਵੇ। ਬਸ ਜਿਵੇਂ ਤੇ ਡੱਡੂ ਉਵੇਂ ਤੇ ਉਹ ਮਨੁੱਖ, ਜਿਨ੍ਹਾਂ ਨੇ ਕੇਵਲ ਤੇ ਕੇਵਲ ਤੀਰਥਾਂ 'ਤੇ ਨਹਾਉਣ ਨੂੰ ਸਭ ਕੁਝ ਸਮਝ ਲਿਆ। ਔਰ ਬਾਬਾ ਕਬੀਰ ਜੀ ਕਹਿੰਦੇ ਨੇ, ਐਵੇਂ ਦੇ ਤੀਰਥ ਪਰ ਜਿਵੇਂ ਤੇ ਮਰਜ਼ੀ ਨਹਾਈ ਜਾ, ਜਿੰਨਾ ਚਿਰ ਮਰਜ਼ੀ ਨਹਾਈ ਜਾ, ਪਰ ਦੇਖ ਹੈ ਤੂੰ ਡੱਡੂ ਹੀ। ਔਰ ਕਈ ਵਾਰੀ ਇਹ ਵਿਚਾਰ ਹੁੰਦੇ ਕਿ ਬਾਬਾ ਕਬੀਰ ਜੀ ਐਵੇਂ ਦੇ ਬਚਨ ਕੀਤੇ ਨੇ ਕਿ ਬੰਦਾ ਡੱਡੂ ਹੋ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਬਿਲਕੁਲ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਕਿ ਸਰੀਰ ਭਾਵੇਂ ਮਨੁੱਖ ਵਾਲਾ, ਜੇ ਤੇਰੀਆਂ ਕਰਤੂਤਾਂ, ਤੇਰੀਆਂ ਹਰਕਤਾਂ ਪਸ਼ੂਆਂ ਵਾਲੀਆਂ ਨੇ, ਹੈ ਤੇ ਤੂੰ ਪਸ਼ੂ। ਆਪਣੇ ਆਪ ਨੂੰ ਭਾਵੇਂ ਬੰਦਾ ਕਹੀ ਜਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤ ਆਪਣੇ ਆਪ ਨੂੰ ਮਾਨਸ ਅਖਬਾਰੇ, ਪਰ ਕਰਤੂਤਾਂ ਤੇ ਪਸ਼ੂ ਵਾਲੀਆਂ ਨੇ। ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ, ਦੇਖ ਜੇ ਅੰਦਰ ਮੈਲ ਹੈ ਨਾ, ਅੰਦਰ ਵਿਕਾਰ ਹੈ, ਅੰਦਰ ਦੀ ਮੈਲ ਨਹੀਂ ਉਤਰੀ, ਤੇ ਫਿਰ ਜਿੱਥੇ ਮਰਜ਼ੀ ਨਾ ਜਾ, ਫਿਰ ਤੇਰਾ ਛੁਟਕਾਰਾ ਕਦੇ।
ਔਰ ਇਹ ਕਦੇ ਨਾ ਸੋਚੇ ਕਿ ਇਹਨਾਂ ਤੀਰਥਾਂ 'ਤੇ ਨਹਾ ਕੇ ਕਿਤੇ ਮੈਂ ਸਵਰਗਾਂ ਨੂੰ ਬੈਕੁੰਠਾਂ ਨੂੰ ਜਾਂ ਕਿਤੇ ਖਾਸ ਥਾਂ 'ਤੇ ਚਲੇ ਜਾਵਾਂਗਾ। ਬਾਬਾ ਕਬੀਰ ਜੀ ਨੇ ਉੱਥੇ ਗਰੰਟੀ ਦਿੱਤੀ, ਬਿਲਕੁਲ ਨਹੀਂ ਜਾ ਸਕਦਾ। ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਬਾਬਾ ਕਬੀਰ ਜੀ ਕਹਿੰਦੇ ਹਾਂ, ਇਹ ਧਾਰਮਿਕ ਪਹਿਰਾਵਾ ਪਾ ਕੇ ਤੀਰਥ ਯਾਤਰਾ ਕਰਕੇ ਤੀਰਥਾਂ 'ਤੇ ਇਸ਼ਨਾਨ ਕਰਕੇ ਆਪਣੇ ਆਂਢ ਗੁਆਂਢ ਜਾਂ ਆਪਣੇ ਨਾਲ ਜੁੜੇ ਹੋਏ ਲੋਕਾਂ ਨੂੰ ਤਾਂ ਖੁਸ਼ ਜ਼ਰੂਰ ਕਰ ਲੇਗਾ। ਲੋਕ ਖੁਸ਼ ਹੁੰਦੇ ਵੀ ਨੇ ਕਿ ਬੜਾ ਧਰਮੀ ਬੰਦਾ, ਬੜਾ ਤੀਰਥ ਇਸ਼ਨਾਨੀ, ਬੜੀਆਂ ਯਾਤਰਾ ਉੱਤੇ ਜਾਂਦਾ ਹੈ। ਪਰ ਬਾਬਾ ਕਬੀਰ ਜੀ ਕਹਿੰਦੇ ਕਦੇ ਵਿਚਾਰ ਕਰਕੇ ਲੋਕਾਂ ਦੇ ਖੁਸ਼ ਹੋਣ ਨਾਲ ਤੈਨੂੰ ਕੀ ਮਿਲਦਾ ਹੈ? ਰੱਬ ਤੇ ਖੁਸ਼ ਨਹੀਂ ਹੋਣਾ। ਤੇ ਜੇ ਰੱਬ ਦੀ ਖੁਸ਼ੀ ਨਹੀਂ ਲਈ ਫਿਰ ਲੋਕਾਂ ਨੂੰ ਖੁਸ਼ ਕਰਕੇ ਵੀ ਕੀ ਕਰੇਗਾ? ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਲੋਕ ਪਤੀਣੇ ਕਛੂ ਨਾ ਹੋਵੇ ਨਹੀਂ ਰੱਬ ਆਣਾ। ਭਈ ਰੱਬ ਕੋਈ ਨਿਆਣਾ ਤਾਂ ਨਹੀਂ ਹੈ ਕਿ ਤੀਰਥਾਂ ਦੇ ਟੁੱਬੇ ਲਾ ਕੇ ਕਹੇਗਾ ਰੱਬ ਖੁਸ਼ ਹੋ ਗਿਆ। ਅੱਜ ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰੂ ਨੇ ਕਿਰਪਾ ਕੀਤੀ, ਮੱਥੇ 'ਤੇ ਹੱਥ ਰੱਖਿਆ, ਹੱਥ ਰੱਖਣ ਤੋਂ ਭਾਵ ਕੇ ਸਮਝ ਦੇ ਦਿੱਤੀ, ਗਿਆਨ ਦੇ ਦਿੱਤਾ। ਤੇ ਜਨਮਾਂ ਜਨਮਾਂ ਦੇ ਜਿਹੜੇ ਕਿਲ ਵਿਕਸਣ ਦੁੱਖ ਸਨ ਸਾਰੇ ਉਤਰ ਗਏ। ਤੇ ਉਦੋਂ ਉਤਰੇ ਜਦੋਂ ਗੁਰ, ਫਿਰ ਗੁਰ ਦੇ ਰਾਹ ਨੂੰ ਸਿਆਰੇ ਗੁਰੂ ਨੇ ਨਾਮ ਦਿਓ। ਗੁਰੂ ਨੇ ਨਾਮ ਦਿੱਤਾ ਤੇ ਕੀ ਹੋਇਆ? ਰਿਣ ਲੱਥਾ। ਇਹ ਸਾਰੇ ਰਿਣ ਦਾ ਅਰਥ ਆਪ ਜੀ ਸਮਝਦੇ ਹੋ ਕਰਜ਼ਾ। ਹੁਣ ਦੇਖੋ, ਕਰਜ਼ਾ ਕਿਸੇ ਨੇ 100-200 ਵੀ ਦੇਣਾ ਹੋਵੇ ਨਾ, ਪਰ ਜਿਹਨੇ ਦੇਣਾ ਹੋਵੇ ਉਹਨੂੰ ਰਾਤ ਨੂੰ ਨੀਂਦ ਨਹੀਂ ਪੈਂਦੀ, ਕਰਜ਼ਾ ਦੇਣਾ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ ਰੱਬ ਨੇ, ਪਰਮੇਸ਼ਰ ਨੇ ਇਹ ਜਿਹੜੀ ਮਨੁੱਖਾ ਦੇਹੀ ਦਿੱਤੀ, ਸਾਡੇ 'ਤੇ ਐਡਾ ਵੱਡਾ ਪਰਉਪਕਾਰ ਕੀਤਾ। ਅਸੀਂ ਤੇ ਜੇ ਸਾਰਾ ਜੀਵਨ ਰੋਮ ਰੋਮ ਸਿਮਰਨ ਵੀ ਕਰੀਏ ਨਾ ਤੇ ਉਸ ਮਾਲਕ ਦਾ ਕੁਝ ਵੀ ਨਹੀਂ ਮੋੜ ਸਕਦੇ। ਕਰਜ਼ਾ ਮੋੜਨਾ ਤੇ ਬੜੀ ਦੂਰ ਦੀ ਗੱਲ ਹੈ। ਸਾਡੇ 'ਤੇ ਤਾਂ ਪਾਪਾਂ ਦੇ ਕਰਜ਼ਾ ਬੜਾ ਚੜਿਆ, ਪਰ ਗੁਰੂ ਨੇ ਨਾਮ ਦਿੱਤਾ, ਸਾਰੇ ਰਿਣ ਸਾਰੇ ਕਰਜ਼ਾ ਲੱਥ ਗਿਆ। ਹੁਣ ਇਹ ਕਰਜ਼ੇ ਲਾਉਣ ਵਾਸਤੇ ਲੋਕਾਂ ਨੇ ਵਹਿਮ ਭਰਮ ਪਾਏ, ਉਹਨਾਂ ਭਰਮਾਂ 'ਚ ਫਸ ਗਏ ਕਿ ਭਾਈ ਸ਼ਰਾਧ ਕਰਾਓ, ਪਿੱਤਰਾਂ ਦਾ ਉਧਾਰ ਹੋ ਜਾਏਗਾ। ਸ਼ਰਾਧ ਕਰਾਓ, ਸਾਨੂੰ ਖਵਾਓ, ਅਸੀਂ ਤੁਹਾਡੇ ਪਿੱਤਰਾਂ ਦਾ ਬਚਾ ਦਿਆਂਗੇ। ਭਾਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਨੂੰ ਬੜਾ ਹੀ ਸਮਝਾਇਆ ਗੁਰਬਾਣੀ ਦੇ ਵਿੱਚ, ਇਤਿਹਾਸ ਦੇ ਰਾਹੀਂ ਇਤਿਹਾਸ ਪੜ੍ਹ ਵੀ ਲਿਆ, ਸੁਣ ਵੀ ਲਿਆ, ਗੁਰਬਾਣੀ ਦੀ ਕਥਾ ਵਿਚਾਰ ਕੀਤੀ ਵੀ। ਪਰ ਦੇਖੋ, ਜਿਹੜੇ ਸ਼ਰਾਧ ਕਰਾਉਂਦੇ ਨੇ ਜੀ ਸਦਕੇ ਕਰਾਉਂਦੇ, ਪਰ ਸਿੱਖ ਹੋ ਕੇ ਇਸ ਪਾਸੇ ਨੂੰ ਫਿਰ ਚੱਲੇ, ਫਿਰ ਉੱਥੇ ਦੁੱਖ ਬੜਾ ਹੁੰਦਾ ਕਿ ਸਿੱਖ ਨੂੰ ਸਮਝ ਲੱਗੀ ਕੋਈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਲਾਹੌਰ ਦੇ ਵਿੱਚ ਉਸ ਦੁਨੀ ਚੰਦ ਨੂੰ ਸਮਝਾਇਆ ਸੀ, ਤੇ ਕੀ ਉਹ ਬਚਨ ਕੇਵਲ ਦੁਨੀ ਚੰਦ ਵਾਸਤੇ ਸਨ? ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਲ ਉਮਰ ਦੇ ਵਿੱਚ ਆਪਣੇ ਪਿਤਾ ਕਾਲੂ ਮਹਿਤਾ ਜੀ ਨੂੰ ਜਦੋਂ ਸਮਝਾਇਆ ਔਰ ਵਿਖਾ ਵੀ ਦਿੱਤਾ ਕਿ ਉਹ ਬਚਨ ਕੇਵਲ ਪਿਤਾ ਕਾਲੂ ਮਹਿਤਾ ਵਾਸਤੇ ਸਨ ਕਿ ਜਦੋਂ ਬ੍ਰਾਹਮਣ ਘਰ ਦੇ ਵਿੱਚ ਆਏ ਨੇ ਔਰ ਅਖੀਰਲੇ ਸਮੇਂ ਸਤਿਗੁਰੂ ਜੀ ਨੇ ਦਰਸ਼ਨ ਵੀ ਕਰਾਏ। ਪਿਤਾ ਕਾਲੂ ਮਹਿਤਾ ਨੂੰ ਸਾਰੀ ਉਮਰ ਤੇ ਸਮਝ ਨਹੀਂ ਪਈ, ਪਰ ਅਖੀਰਲੇ ਸਮੇਂ ਵਿੱਚ ਦਰਸ਼ਨ ਵੀ ਕਰਾਏ ਕਿ ਪਿਤਾ ਜੀ ਜਿਹੜੇ ਪਿੱਤਰਾਂ ਦੇ ਉਧਾਰ ਵਾਸਤੇ ਨਾ ਬ੍ਰਾਹਮਣਾਂ ਨੂੰ, ਪੰਡਤਾਂ ਨੂੰ ਘਰ ਬੁਲਾਇਆ, ਇਹ ਦੱਸੋ ਕਿ ਉਹ ਪਿੱਤਰ ਲੋਕ ਦੇ ਵਿੱਚ ਬੈਠੇ ਨੇ। ਹੁਣ ਪਿਤਾ ਕਾਲੂ ਮਹਿਤਾ ਜੀ ਕਹਿੰਦੇ ਕਿ ਪੁੱਤਰ ਜੀ ਮੈਨੂੰ ਤੇ ਨਹੀਂ ਪਤਾ ਕਿ ਬੈਠੇ ਨੇ, ਜੇ ਪਤਾ ਨਹੀਂ ਤਾਂ ਇਹਨਾਂ ਨੂੰ ਸੱਦਿਆ ਨਹੀਂ ਹੈ। ਔਰ ਗੁਰੂ ਸਾਹਿਬ ਨੇ ਕਿਰਪਾ ਵੀ ਕੀਤੀ, ਫਿਰ ਅੱਖਾਂ ਬੰਦ ਕਰੋ, ਤੁਹਾਨੂੰ ਵਿਖਾ ਦਿਆਂ ਕਿ ਤੁਹਾਡਾ ਪਿਤਾ ਜੀ ਕਿੱਥੇ ਹੈ, ਤੁਹਾਡਾ ਦਾਦਾ ਜੀ ਕਿੱਥੇ, ਹੋਰ ਜਿਹੜੇ ਬੇਦੀ ਕੁਲ ਦੇ ਉਹ ਕਿੱਥੇ ਨੇ। ਔਰ ਉਹ ਤੇ ਗੁਰੂ ਸਾਹਿਬ ਜੀ ਨੇ ਸਮਝਾਉਣ ਵਾਸਤੇ ਕਿਰਪਾ ਕੀਤੀ ਸੀ ਕਿ ਪਿਤਾ ਕਾਲੂ ਮਹਿਤਾ ਜੀ ਨੇ ਅੱਖਾਂ ਬੰਦ ਕੀਤੀਆਂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾੜਾ ਜਿਹਾ ਹੱਥ ਹੀ ਨਾਲ ਲਾਇਆ ਸੀ ਕਿ ਪਿਤਾ ਕਾਲੂ ਮਹਿਤਾ ਨੂੰ ਤਾਂ ਸਮਝ ਆ ਗਈ, ਭਾਵੇਂ ਅਖੀਰਲੇ ਦਿਨਾਂ ਵਿੱਚ ਹੀ ਆਈ ਕਿ ਜਿੱਦਣ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਬੇਦੀ ਕੁਲ ਦੇ ਵਿੱਚ ਸਰੀਰ ਧਾਰਨ ਕਰਕੇ ਆਏ, ਬੇਦੀਆਂ ਦਾ ਪਾਰ ਉਤਾਰਾ ਦੁੱਗਣ ਹੀ ਹੋ ਗਿਆ ਸੀ। ਪਰ ਬਾਬਾ ਕਬੀਰ ਜੀ ਵੀ ਕਹਿੰਦੇ ਨੇ ਕਿ ਜੇ ਪਿੱਤਰਾਂ ਨੂੰ ਪਹੁੰਚਦਾ ਹੁੰਦਾ ਫਿਰ ਤੇ ਮੈਂ ਵੀ ਕਹਿਣਾ ਸੀ ਵੀ ਜ਼ਰੂਰ ਖਵਾਇਆ ਕਰੋ।
ਪਰ ਹਕੀਕਤ ਉਹ ਜਾਂ ਤੇ ਪੰਡਤ ਜੀ ਜਾਂ ਭਾਈ ਜੀ ਜਾਂ ਫਿਰ ਬਚਿਆ ਹੋਇਆ ਕਾਂ ਤੇ ਕੁੱਤੇ ਖਾ ਜਾਂਦੇ। ਬਾਬਾ ਕਬੀਰ ਜੀ ਕਹਿੰਦੇ ਪੜ੍ਹੇ ਲੋਕੋ ਤੋਂ ਤੱਕ ਤੇ ਪਹੁੰਚਦੇ ਕੋਈ। ਪਿੱਤਰ ਭੀ ਬੱਪਰੇ ਕੋ ਕਿਉਂ ਪਾਵੇ, ਕੌਆ ਉੱਕਰ ਖਾ, ਬਚਿਆ ਹੋਇਆ ਕਾਂ ਕੁੱਤੇ ਖਾ ਕੇ ਤੁਹਾਡੇ ਪਿੱਤਰਾਂ ਤੱਕ ਕਿੱਥੇ ਪਹੁੰਚਿਆ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰੂ ਨੇ ਹੱਥ ਸਿਰ ਤੇ ਰੱਖਿਆ, ਭਾਵ ਕਿ ਸਮਝ ਦੇ ਦਿੱਤੀ, ਗਿਆਨ ਦੇ ਦਿੱਤਾ। ਹੁਣ ਜਿੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ ਹੈ ਹਰੀ ਦਾ, ਪਰਮੇਸ਼ਰ ਦਾ ਨਾਮ, ਉਹ ਗੁਰੂ ਸਾਹਿਬ ਜੀ ਕਹਿੰਦੇ ਨੇ ਇੰਨਾ ਕੀਮਤੀ ਕਿ ਰਤਨਾਂ ਤੋਂ ਵੀ ਵੱਧ ਕੇ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਹਉ ਹਰ ਕਾ ਨਾਮ ਸਦਾ ਜਾਂਚੂ, ਦੇਹ ਪ੍ਰਭ ਧਰਨੀ ਧਰਾ। ਇਹ ਧਰਤੀ ਤੇ ਆਸਰੇ, ਧਰਤੀ ਨੂੰ ਆਸਰਾ ਦੇਣ ਵਾਲੇ ਰੱਬ ਜੀ ਕਿਰਪਾ ਕਰੋ, ਮੈਂ ਜਾਚਨਾ ਕਰਨਾ ਕਿ ਤੇਰਾ ਨਾਮ ਮਿਲ ਜਾਵੇ। ਹਰ ਵੇਲੇ ਮੰਗਣਾ, ਭਾਵੇਂ ਪੜ੍ਹਦੇ ਸੀ ਜ਼ਰੂਰ ਕਿ ਤੇਰਾ ਨਾਮ ਮਿਲ ਜਾਵੇ। ਪੜ੍ਹਦੇ ਜ਼ਰੂਰ ਹਾਂ, ਆਖਾਂ ਜੀਵਨ ਬਿਸਤਰੇ ਮਰ ਜਾਊ। ਪੜ੍ਹਦੇ ਜ਼ਰੂਰ ਹਾਂ ਕਿ ਸਤਿਗੁਰੂ ਜੀ ਕਿਰਪਾ ਕਰੋ, ਇਹ ਨਾਮ ਦੀ ਦਾਤ ਦਿਓ, ਪਰ ਅਸਲ ਵਿੱਚ ਉਹ ਮੰਗਦੇ ਉਤੋਂ। ਖੈਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਗੁਰੂ ਨੇ ਕਹਿੰਦੇ ਜਦੋਂ ਕਿਰਪਾ ਕਰਕੇ ਸਿਰ ਤੇ ਹੱਥ ਰੱਖਿਆ, ਪਰਮੇਸ਼ਰ ਦਾ ਨਾਮ ਦੇ ਦਿੱਤਾ, ਇਹ ਸਾਰੇ ਜਿਹੜੇ ਪਾਪਾਂ ਦੇ, ਵਹਿਮਾਂ ਦੇ, ਭਰਮਾਂ ਦੇ ਜਿੰਨੇ ਕਰਜ਼ੇ ਸੜ ਰਹੇ ਨੇ ਸੰਸਾਰੇ ਦੇ ਸਾਰੇ ਉਤਰ ਗਏ। ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਆਪਣੇ ਮਨ ਨੂੰ ਕਹਿ ਰਹੇ ਨੇ ਤੇ ਸਮਝਾ ਸਾਨੂੰ ਵੀ ਰਹੇ ਨੇ। ਸਿੱਖ ਆਪਣੇ ਮਨ ਨੂੰ ਸਮਝਾ ਤੇ ਕਹੇ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਇਹ ਬਣਾ ਉਸ ਰਾਮ ਦੇ ਨਾਮ ਨੂੰ ਭਜ, ਸਿਮਰ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਤੇ ਜਿੰਦੇ ਘਰ ਦੇ ਵਿੱਚ ਸਭ ਅਰਥਾਂ ਦਾ ਅਰਥ ਨੇ ਪਦਾਰਥ, ਸਾਰੇ ਪਦਾਰਥਾਂ ਦਾ ਜਿਹੜਾ ਮਾਲਕ ਹੈ, ਜਿਹਦੇ ਖਜ਼ਾਨੇ ਭਰੇ ਪਏ ਨੇ। ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਿਰਥਾ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੇਰੇ ਪੂਰੇ ਗੁਰੂ ਨੇ ਕਿਰਪਾ ਕੀਤੀ, ਉਸ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੱਤਾ। ਨਹੀਂ ਤਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇ ਜੀਵਨ ਸਾਰਾ ਬਿਰਥ ਸੀ, ਕਿਸੇ ਵੀ ਕੰਮ ਨਹੀਂ ਸੀ, ਕਿਉਂਕਿ ਜੀਵਨ ਮਿਲੇ ਇਸੇ ਕਰਕੇ ਹੈ। ਔਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਪੜ੍ਹਦੇ ਜ਼ਰੂਰ ਹਨ ਕਿ ਜਦੋਂ ਸਤਿਗੁਰੂ ਜੀ ਨੂੰ ਪੁੱਛੇ ਕਿ ਮਨੁੱਖਾ ਦੇਹੀ ਮਿਲੀ ਕਹਿੰਦੇ ਕੀ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਪਹਿਲੀ ਗੱਲ ਤੇ ਇਹ ਕੀਮਤੀ ਬੜੀ ਹੈ, ਤੇ ਦੂਸਰੀ ਗੱਲ ਇਹ ਚੇਤੇ ਰੱਖੇ ਕਿ ਇਹ ਦੇਹ ਕੇਵਲ ਤੇ ਕੇਵਲ ਉਸ ਪਰਿਪੂਰਨ ਪਰਮਾਤਮਾ ਦੇ ਦਰਸ਼ਨਾਂ ਲਈ ਮਿਲੀ ਸੀ, ਜਿਹਨੇ ਪੈਦਾ ਕੀਤਾ, ਜਿਹੜਾ ਤੇਰੇ ਅੰਦਰ ਬੈਠਾ ਹੈ ਹਿਰਦੇ ਘਰ ਦੇ ਵਿੱਚ, ਉਹਨੂੰ ਮਿਲਣਾ ਸੀ, ਉਹਦੇ ਦਰਸ਼ਨ ਕਰਨੇ ਸਨ। ਪੜ੍ਹਦੇ ਜ਼ਰੂਰ ਹਨ ਪਰ ਕਦੇ ਅੰਦਰੋਂ ਲੱਭਣ ਦਾ ਯਤਨ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਰੋਜ਼ ਹੀ ਰਾਤ ਨੂੰ ਸ਼ਾਮ ਨੂੰ ਪੜ੍ਹਨੇ ਰਹਿ ਰਸਤੇ ਵਿੱਚ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਤੇ ਸਤਿਗੁਰੂ ਜੀ ਕਹਿੰਦੇ ਨਹੀਂ ਭਈ, ਕਹਿੰਦੇ ਨਹੀਂ ਮਿਲੀ ਸੀ, ਇਹ ਸਾਨੂੰ ਮਨੋਰਥ ਸਮਝ ਹੀ ਨਹੀਂ ਲੱਗਿਆ। ਤੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਭਈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮਿਲੀ ਇਸ ਕਰਕੇ ਸੀ, ਇਹ ਵਾਰਿਸ ਸੀ ਰੱਬ ਨੂੰ, ਪਰਮੇਸ਼ਰ ਨੂੰ ਮਿਲਣ ਦੀ। ਹੁਣ ਕਹਿੰਦੇ ਗੁਰੂ ਨੇ ਨਾਮ ਦ੍ਰਿੜ ਕਰਵਾਇਆ, ਕਿਉਂਕਿ ਨਾਮ ਤੋਂ ਬਿਨਾਂ ਗੱਲ ਸਮਝ ਆ ਗਈ, ਨਹੀਂ ਤੇ ਜੀਵਨ ਬਿਲਕੁਲ ਵਿਅਰਥ ਸੀ, ਕਿਸੇ ਕੰਮ ਦਾ ਨਹੀਂ। ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਸਤਿਗੁਰੂ ਕਹਿੰਦੇ ਨੇ ਗੁਰੂ ਤੋਂ ਬਿਨਾਂ ਮਨ ਦੇ ਪਿੱਛੇ ਚੱਲਣ ਵਾਲੇ ਮਨਮੁਖ ਮੂਰਖ ਨੇ। ਤੇ ਮੂਰਖ ਕਿਉਂ ਨੇ ਜੀ? ਕਹਿੰਦੇ ਮੋਹ ਮਾਇਆ ਨਿਤ ਫਾਥਾ, ਕਿਉਂਕਿ ਉਹਨਾਂ ਨੂੰ ਮਾਇਆ ਦੇ ਮੋਹ ਦੇ ਵਿੱਚ ਮਾਇਆ ਨੇ ਫਸਾ ਲਿਆ, ਉਹ ਮਾਇਆ ਦੇ ਮੋਹ ਵਿੱਚ ਫਸ ਗਏ ਨੇ। ਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਫਿਰ ਸਤਿਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਜਿਹੜੇ ਨੇ, ਤਿੰਨ ਸਾਧੂ ਚਰਨ ਨ ਸੇਵੇ ਕਬਹੂ, ਤਿੰਨ ਸਭ ਜਨਮਿਆ ਕਾਥਾ। ਤਿੰਨ ਸਾਧੂ ਚਰਨ, ਤੇ ਸਾਧੂ ਦਾ ਅਰਥ ਗੁਰੂ ਹੈ। ਉਹਨਾਂ ਨੇ ਗੁਰੂ ਦੇ ਚਰਨ ਕਦੇ ਨਹੀਂ ਸੇਵੇ, ਗੁਰੂ ਦੇ ਚਰਨਾਂ ਦਾ ਸਿਮਰਨ ਕਦੇ ਨਹੀਂ ਕੀਤਾ। ਗੁਰੂ ਦੇ ਚਰਨ ਕੀ ਨੇ? ਗੁਰੂ ਦਾ ਸ਼ਬਦ।
ਸ਼ਬਦ ਨੂੰ ਕਦੇ ਨਹੀਂ ਚੇਤੇ ਕੀਤਾ, ਸ਼ਬਦ ਨੂੰ ਕਦੇ ਹਿਰਦੇ 'ਚ ਨਹੀਂ ਵਸਾਇਆ, ਕਿਉਂਕਿ ਮੋਹ ਮਾਇਆ ਦੇ ਵਿੱਚ ਫਸੇ ਨੇ। ਔਰ ਜਿਹੜੇ ਮੋਹ ਦੇ ਵਿੱਚ ਫਸੇ ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਉਹ ਮਨੁੱਖ ਉਹਨਾਂ ਨੂੰ ਕੁਝ ਨਜ਼ਰ ਆਉਂਦਾ ਹੀ ਨਹੀਂ, ਅਤੇ ਕੇਵਲ ਦਿਸਦਾ ਹੀ ਨਹੀਂ, ਸੁਣਦਾ ਵੀ ਕੁਝ ਨਹੀਂ, ਅਤੇ ਅਸਲ ਵਿੱਚ ਅੱਖਾਂ ਨਾਲ ਵੇਖਦੇ ਵੀ ਨੇ, ਸੁਣਦੇ ਵੀ ਨੇ, ਪਰ ਸੁਣਨਾ ਚਾਹੁੰਦੇ ਹੀ। ਜਦੋਂ ਸਤਿਗੁਰੂ ਜੀ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ, ਅੰਨਾ ਵੀ ਅਤੇ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕੋ ਚੋਲਾ। ਸੁਣਦਾ ਸਭ ਕੁਛ ਹੈ ਪਰ ਜਾਣ ਕੇ ਉਹ ਸੁਣਨਾ ਚਾਹੁੰਦਾ ਹੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਨਾ ਤਾਂ ਗੁਰੂ ਦੇ ਚਰਨ ਸਿਰੇਵੇ, ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾਇਆ, ਅਤੇ ਜਨਮ ਉਹਨਾਂ ਦਾ ਸਾਰਾ ਆਕਾਰਤ ਬਿਨਾਂ ਕਿਸੇ ਅਰਥ ਤੋਂ ਚਲਾ ਗਿਆ। ਤਿੰਨ ਸਾਧੂ ਚਰਨ ਨ ਸੇਵੇ ਕਬੂ, ਤਿੰਨ ਸਭ ਜਨਮ ਅਕਾਥਾ, ਅਤੇ ਨਾਲ ਕਿਰਪਾ ਕੀਤੀ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਸਿਮਰਿਆ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਸਨਾਥਾ ਉਹ ਮਾਲਕ ਵਾਲੇ ਹੋ ਗਏ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਸਿਮਰਿਆ। ਸਨਾਥਾ ਇੱਕ ਤਾਂ ਸ਼ਬਦ ਵਰਤਿਆ ਜਾਂਦਾ ਨਾ ਅਨਾਥ, ਤੇ ਕੋਈ ਕਿਸੇ ਦੀ ਰੱਬ ਪਰਮੇਸ਼ਰ ਨਾ ਕਰੇ, ਮਾਂ ਦੁਨੀਆ ਦੇ ਵਿੱਚ ਨਾ ਰਹੇ, ਤੇ ਉਹਨੂੰ ਅਨਾਥ ਨਹੀਂ ਕਿਹਾ ਜਾਂਦਾ ਕਿਉਂਕਿ ਪਿਓ ਸਿਰ 'ਤੇ ਹੈ। ਪਰ ਜੇ ਪਰਮੇਸ਼ਰ ਦੀ ਰਜਾ ਐਸੀ ਹੋਵੇ ਕਿ ਉਹ ਵੀ ਨਾ ਰਹੇ, ਔਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੇ ਸਰੀਰ ਕਰਕੇ ਦੇਖੀ ਦੋਵੇਂ ਨਹੀਂ ਰਹੇ। ਲੋਕ ਕਹਿੰਦੇ ਸਨ ਅਨਾਥ ਹੈ, ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਸਿਮਰਿਆ ਹੈ, ਸ਼ਬਦ ਨੂੰ ਹਿਰਦੇ 'ਚ ਵਸਾਇਆ ਹੈ, ਭਈ ਉਹ ਅਨਾਥ ਨਹੀਂ ਹੁੰਦੇ, ਉਹ ਸਨਾਥ ਹੁੰਦੇ ਨੇ, ਉਹ ਮਾਲਕ ਵਾਲੇ ਹੁੰਦੇ ਨੇ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਕੋ ਕੀਜੈ ਦਾਸ, ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਾਥਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਗਤ ਦੇ ਨਾਥ ਅਕਾਲ ਪੁਰਖ ਵਾਹਿਗੁਰੂ ਮੇਰੇ 'ਤੇ ਦਇਆ ਕਰੋ, ਮੈਨੂੰ ਆਪਣਾ ਦਾਸ ਬਣਾ। ਹੁਣ ਦਾਸ ਕੀ ਹੈ ਜੀ? ਕਹਿੰਦੇ ਮੋਕੋ ਕੀਜੈ ਦਾਸ। ਪਹਿਲੋਂ ਤਾਂ ਇੰਨੇ ਪਾਵਨ ਬਚਨ ਕੇ ਇੱਥੇ ਵਿਸ਼ਰਾਮ ਹੈ। ਫਿਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਹੀ ਕਹਿੰਦੇ ਨੇ ਨਹੀਂ ਸਤਿਗੁਰੂ ਹੈ ਪਰਮੇਸ਼ਰ, ਤੇਰਾ ਦਾਸ ਬਣਨਾ ਬੜੀ ਵੱਡੀ ਪਦਵੀ ਹੈ, ਦਾਸ ਨਹੀਂ, ਤੂੰ ਕਿਰਪਾ ਕਰ ਆਪਣੇ ਦਾਸਾਂ ਦਾ ਦਾਸ ਬਣਾ ਲੈ। ਤਾਂ ਹੀ ਸਤਿਗੁਰੂ ਕਹਿੰਦੇ ਨੇ ਨਾ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੇ ਬੇਗਤ ਪਾਏ। ਆਪਣਾ ਦਾਸ ਨਹੀਂ, ਆਪਣੇ ਦਾਸਾਂ ਦਾ ਦਾਸ ਬਣਾ, ਮੇਰੇ 'ਤੇ ਦਇਆ ਕਰ। ਮੋਗੋ ਕੀਜੈ ਦਾਸ, ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਚੌਥੇ ਪਦੇ ਵਿੱਚ ਅਖੀਰਲੀਆਂ ਲੈਣਾ 'ਚ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਿਰ ਸਾਈਂ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਕਿ ਸਤਿਗੁਰੂ ਜੀ ਦੀ ਕਿਰਪਾ ਹੋਰ ਕਰੋ। ਹਮ ਅੰਧਲੇ, ਅਸੀਂ ਅੰਨੇ ਹਾਂ, ਅਤੇ ਕਹਿੰਦੇ ਤੋਂ ਅੰਨੇ ਹਾਂ ਅੱਖਾਂ ਕਰਕੇ ਨਹੀਂ, ਕਹਿੰਦੇ ਗਿਆਨਹੀਨ ਅਗਿਆਨੀ, ਗਿਆਨ ਤੋਂ ਹੀਣੇ ਹਾਂ, ਅਗਿਆਨੀ ਹਾਂ, ਗਿਆਨਤਾ ਕਰਕੇ ਅੰਨੇ ਹਾਂ, ਗਿਆਨ ਦੀਆਂ ਅੱਖਾਂ। ਔਰ ਇਹਨੂੰ ਗੁਰੂ ਸਾਹਿਬ ਜੀ ਪਾਵਨ ਬਚਨ ਵੀ ਕਹਿੰਦੇ ਨੇ ਭਈ ਸਰੀਰ ਦੇ ਉੱਤੇ ਮੂੰਹ ਦੇ ਉੱਤੇ ਜਿਹੜੀਆਂ ਅੱਖਾਂ ਨੇ ਇਹਨਾਂ ਤੋਂ ਨਾ ਦਿਸੇ, ਅਤੇ ਗੁਰਮਤਿ ਵਿੱਚ ਗੁਰੂ ਘਰ ਦੇ ਵਿੱਚ ਉਹਨੂੰ ਤੇ ਇੰਨਾ ਕਿਹਾ ਹੀ ਨਹੀਂ। ਅੰਨਾ ਤੇ ਉਹ ਹੈ ਜਿਹੜਾ ਰੱਬ ਨੂੰ, ਅੰਧੇ ਸੇਈ ਨਾਨਕਾ ਜੋ ਖਸਮੋ ਉੱਥੇ ਜਾਏ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਅੰਧੇ ਇਹ ਨਾ ਆਖੀਅਨ, ਜਿਨ ਮੁਖ ਲੋਇਣ ਨਾਹੀ। ਵੀ ਜਿੰਦਿਆਂ ਅੱਖਾਂ ਤੇ ਮੂੰਹ ਦੇ ਉੱਤੇ ਅੱਖਾਂ ਨਹੀਂ ਉਹ ਨਹੀਂ ਅੰਨੇ। ਅੰਨੇ ਕਿਹੜੇ ਨੇ? ਜਿਹੜੇ ਰੱਬ ਨੂੰ ਭੁੱਲ ਜਾਣ, ਮੁੱਢ ਤੋਂ ਭੁੱਲ ਜਾਣ। ਔਰ ਸਤਿਗੁਰੂ ਜੀ ਕਹਿੰਦੇ ਨੇ ਸਾਡੇ ਕੋਲ ਤਾਂ ਗਿਆਨ ਵਾਲੀਆਂ ਅੱਖੀ ਕੋਈ ਨਹੀਂ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ।
ਸਤਿਗੁਰੂ ਜੀ ਇਸ ਪੰਥ ਤੇ ਇਸ ਮਾਰਗ ਤੇ ਜਿਹੜਾ ਪੰਥ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਹੈ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਸ ਨਿਰਮਲ ਪੰਥ ਤੇ ਚੱਲੀਏ ਕਿਉਂਕਿ ਇੱਥੇ ਬਾਹਰਲੀਆਂ ਅੱਖਾਂ ਨੇ, ਇੱਥੇ ਤੇ ਗਿਆਨ ਦੀਆਂ ਅੱਖਾਂ ਨਾਲ ਚੱਲੇ ਜਾਣਾ ਹੈ। ਉਹ ਗਿਆਨ ਵਾਲੀਆਂ ਅੱਖਾਂ ਹੀ ਨਹੀਂ ਦਿਸਦੇ ਕੋਈ। ਬਸ ਕਿਰਪਾ ਕਰੋ ਸਾਡੇ ਤੋਂ ਨਹੀਂ ਜੀ ਚੱਲੇ ਜਾਣਾ, ਅਸੀਂ ਅੰਨੇ ਹਾਂ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਾ ਮਿਲੰਥਾ। ਬਸ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਦੇ, ਆਪਣੇ ਲੜ ਲੜ ਕਿ ਤੁਹਾਡਾ ਪੱਲਾ ਫੜ ਫੜ ਕੇ ਨਾਨਕ ਚਲਾ ਮਿਲੰਥਾ। ਇਸ ਰਸਤੇ ਤੇ ਮੈਂ ਚੱਲਦਾ ਰਹਾਂ, ਤੁਹਾਡੇ ਨਾਲ ਚੱਲਦਾ ਰਹਾਂ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਤੇ ਸਤਿਗੁਰੂ ਜੀ ਕਿਰਪਾ ਕਰਨ, ਸੱਚਮੁੱਚ ਇਵੇਂ ਦੇ ਕਿਤੇ ਅੰਦਰੋਂ ਨਿਮਰਤਾ ਆ ਜੇ ਕਿ ਸਾਡੇ ਕੋਲ ਗਿਆਨ ਕੋਈ ਨਹੀਂ, ਪਰ ਖਿਮਾ ਕਰਨਾ ਭਾਵੇਂ ਗੱਲ ਦੂਰ ਤੱਕ ਜਾਣੀ ਹੈ। ਇੱਥੇ ਸਾਰੇ ਗਿਆਨੀ ਆਉਂਦੇ ਨੇ ਔਰ ਬਹੁਤ ਸਾਰੇ ਗਿਆਨੀ ਆਉਂਦੇ ਨੇ ਕਿ ਜਿਨ੍ਹਾਂ ਨੂੰ ਗੁਰਮਤਿ ਦਾ ਭਾਵੇਂ ਊੜਾ ਏੜਾ ਵੀ ਨਾ ਪਤਾ ਹੋਵੇ, ਉਹ ਆ ਕੇ ਫਿਰ ਪ੍ਰਚਾਰਕਾਂ ਨੂੰ, ਗ੍ਰੰਥੀ ਸਿੰਘਾਂ ਨੂੰ ਆ ਕੇ ਇਹ ਸਮਝਾਉਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਨੂੰ ਹੱਥ ਕੌਣ ਲਾ ਸਕਦਾ ਹੈ ਅਤੇ ਕੌਣ ਨਹੀਂ ਲਾ ਸਕਦਾ, ਕਿਉਂਕਿ ਉਹ ਲਾ ਸਕਦਾ ਜਿਹੜਾ ਮੈਨੂੰ ਚੰਗਾ ਲੱਗਦਾ ਹੋਵੇ। ਖੈਰ ਸਤਿਗੁਰੂ ਜੀ ਕਿਰਪਾ ਕਰਨ, ਅਤੇ ਜੇ ਕੋਈ ਜਵਾਬ ਦਿੱਤਾ ਜਾਵੇ ਫਿਰ ਕਹਿੰਦੇ ਅਸੀਂ ਗੁਰਦੁਆਰੇ ਨਹੀਂ ਆਉਣਾ, ਕਿਉਂ ਅਸੀਂ ਗਿਆਨੀ ਹਾਂ, ਅਸੀਂ ਕਹਿ ਸਕਦੇ ਸਾਨੂੰ ਜਵਾਬ ਅੱਗੋਂ ਕੋਈ ਨਹੀਂ ਦੇ ਸਕਦਾ। ਸਤਿਗੁਰੂ ਦੇ ਚਰਨਾਂ ਵਿੱਚ ਆਈਏ, ਇਹ ਹਉਮੈ ਲੈ ਕੇ ਨਹੀਂ, ਨਿਮਰਤਾ ਲੈ ਕੇ ਆਈਏ ਕਿ ਸਾਡੇ ਕੋਲ ਗਿਆਨ ਕੋਈ ਨਹੀਂ, ਗਿਆਨ ਵਾਲੀਆਂ ਅੱਖਾਂ ਕੋਈ ਨਹੀਂ। ਕਿਰਪਾ ਕਰੋ ਤੁਹਾਡੇ ਤੋਂ ਗਿਆਨ ਲੈਣ ਆਏ, ਆਪਣਾ ਲੜ ਫੜਾ ਦਿਓ, ਸ਼ਬਦ ਦਾ ਪੱਲਾ ਫੜਾ ਦਿਓ, ਇਸ ਪੱਲੇ ਨੂੰ ਫੜ ਕੇ ਤੁਹਾਡੇ ਦੱਸੇ ਰਾਹ ਅਸੀਂ ਚੱਲ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ 2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ।